स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट राजीव भास्कर। भास्कर साहब जी आए। बहुत बहुत शुक्रिया रंधावा जी। भास्कर साहब, थम के रह गई भूसरे साहन वर्गी सियासत, सनाटा सिवियां वर्गा है और बंदे बौंदले फिरदे आ। तुसीं भी कल सत्ता दे गलियारियां दा गेड़ा मार के आए हो, दस्सिओ शाम तक किदां दी छिंझ पैंदी रही? बिल्कुल, जब मैं कल सचिवालय पहुंचे जो सैकटरीएट है ਉਹਦੇ ਵਿੱਚ ਤਕਰੀਬਨ ਸਾਰੇ ਅਫਸਰ ਨਦਾਰਤ ਸੀਗੇ। ਕੱਲ ਹੀ ਚੀਫ ਸੈਕਟਰੀ ਨੂੰ ਚੇਂਜ ਕੀਤਾ ਗਿਆ, ਉਹਨਾਂ ਨੇ ਵਿਨੀ ਮਹਾਜਨ ਤੋਂ ਹੈਂਡਓਵਰ ਟੇਕਿੰਗ ਓਵਰ ਉਹਨਾਂ ਦਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਕਾਰਜਭਾਰ ਸੰਭਾਲਿਆ। ਇਹ ਵੀ ਇਨਫੋਰਮੇਸ਼ਨ ਮਿਲੀ ਕਿ ਕੱਲ 11 ਕੁ ਵਜੇ ਚਟੋਪਾਧਿਆ ਉਹਨਾਂ ਦੇ ਨਾਂ ਤੇ ਸਰਕਾਰ ਨੇ ਮੋਹਰ ਲਾਤੀ ਹੈ। ਹੁਣ ਉਹ ਜਿਹੜੀ ਕਾਗਜ਼ੀ ਕਾਰਵਾਈ ਹੈ, ਫਾਰਮੈਲਿਟੀ ਹੈਗੀ ਹੈ, ਉਹ ਡੀਜੀਪੀ ਦਾ ਪਦ ਲੈਣ ਤੋਂ ਪਹਿਲੇ ਉਹਨਾਂ ਦੀ ਚੱਲ ਰਹੀ ਹੈ। ਉਸ ਤੋਂ ਬਾਅਦ 1 ਵਜੇ ਦੇ ਕਰੀਬ ਚੰਨੀ ਉਹਨਾਂ PTU ਜਲੰਧਰ ਪਹੁੰਚਦੇ ਨੇ ਔਰ ਇੱਥੇ ਭੰਗੜੇ ਪਾਉਂਦੇ ਹੋਏ ਉਹਨਾਂ ਨੂੰ ਇੱਕ ਫੋਨ ਆਉਂਦਾ ਹੈ ਜਿਹਦੇ ਵਿੱਚ ਇਹ ਸੂਚਨਾ ਉਹਨਾਂ ਨੂੰ ਮਿਲਦੀ ਹੈ ਵੀ ਦਿੱਲੀ ਪਹੁੰਚੋ। ਫਿਰ ਜੈਟ ਦਾ ਬੰਦੋਬਸਤ ਕੀਤਾ ਜਾਂਦਾ ਹੈ। ਅੰਮ੍ਰਿਤਸਰ ਤੋਂ ਉਹ ਇੱਕ ਜੈਟ 'ਤੇ ਸਵਾਰ ਹੋ ਕੇ ਦਿੱਲੀ ਪਹੁੰਚਦੇ ਨੇ। ਦਿੱਲੀ ਦੇ ਵਿੱਚ 4 ਘੰਟੇ ਲਗਾਤਾਰ ਮੀਟਿੰਗ ਚੱਲਦੀ ਹੈ। ਦੇਖਣ ਵਾਲੀ ਗੱਲ ਹੈਗੀ ਹੈ ਕਿ ਇਸ ਮੀਟਿੰਗ ਦੇ ਵਿੱਚ ਜੈਟ 'ਤੇ ਭਾਵੇਂ ਉਹ 16 ਸੀਟਰ ਦਾ ਹੀ ਸੀਗਾ, ਪਰ ਉਹਦੇ ਵਿੱਚ ਇਕੱਲੇ ਚੰਨੀ ਜਾਂਦੇ ਨੇ। ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਵਿੱਚ ਮੌਜੂਦ ਸੀਗੇ ਕੱਲ, ਪਰ ਉਸ ਜੈਟ ਦੇ ਵਿੱਚ ਉਹ ਸਵਾਰ ਨਹੀਂ ਹੁੰਦੇ ਕਿਉਂਕਿ ਉੱਦਾਂ ਦੀ ਕੋਈ ਫੋਟੋ ਟਵੀਟ ਨਹੀਂ ਹੁੰਦੀ ਜਿੱਦਾਂ ਕਿ ਪਿਛਲੀ ਵਾਰ ਸਿੱਧੂ ਉਹਨਾਂ ਨੇ ਟਵੀਟ ਕਰਕੇ ਦੱਸਿਆ ਸੀਗਾ ਵੀ ਆਪਾਂ ਚੱਲੇ ਦਿੱਲੀ ਵੱਲ। ਪਰ ਕੱਲ ਉਹ ਦਿੱਲੀ ਦੀ ਮੀਟਿੰਗ ਵਿੱਚ ਨਹੀਂ ਗਏ ਔਰ ਨਾ ਹੀ ਸੁਖਜਿੰਦਰ ਸਿੰਘ ਰੰਧਾਵਾ ਗਏ, ਨਾ OP ਸੋਨੀ ਉਹਨਾਂ ਨੇ। ਇਹ ਮੀਟਿੰਗ 4 ਘੰਟੇ ਚੱਲਣਾ ਔਰ ਪੰਜਾਬ ਦੇ ਕੈਬਨਿਟ ਦਾ ਵਿਸਤਾਰ ਕਰਨ ਤੋਂ ਪਹਿਲੇ 4 ਘੰਟੇ ਦੇ ਵਿੱਚ ਇਹ ਡਿਸਕਸ਼ਨ ਹੋਣਾ ਵੀ ਕਿਹਨੂੰ ਲਾਇਆ ਜਾਏ ਤੇ ਕਿਹਨੂੰ ਹਟਾਇਆ ਜਾਏ। ਆ ਇੱਕ ਬੜੀ ਇੰਪੋਰਟੈਂਟ ਗੱਲ ਹੈਗੀ ਹੈ। ਕਾਂਗਰਸ ਦੇ ਵਿੱਚ ਇੰਨਾ ਵੱਡਾ ਮੰਥਨ, ਉਹ ਵੀ ਇੱਕ ਪੰਜਾਬ ਸਟੇਟ ਵਾਸਤੇ ਮੈਨੂੰ ਲੱਗਦਾ ਨਹੀਂ ਕਿ ਹਾਈ ਕਮਾਨ ਨੇ ਕਦੀ ਇੰਨਾ ਟਾਈਮ ਕੱਢਿਆ ਹੋਏਗਾ। ਪਰ ਨਾਲ ਦੇ ਨਾਲ ਇੱਕ ਗੱਲ ਹੋਰ ਦੇਖਣ ਵਾਲੀ ਹੈਗੀ ਹੈ, ਦਿੱਲੀ ਦੇ ਵਿੱਚ ਕੱਲ ਮਨਪ੍ਰੀਤ ਬਾਦਲ ਉਹਨਾਂ ਦਾ ਪੰਜਾਬ ਭਵਨ ਹੋਣਾ। ਉਹ ਭਾਵੇਂ ਅਫੀਸ਼ੀਅਲ ਤੌਰ ਤੇ ਇਸ ਮੀਟਿੰਗ ਦਾ ਹਿੱਸਾ ਨਹੀਂ ਸੀਗੇ, ਪਰ ਕਿਹਾ ਜਾ ਰਿਹਾ ਕਿ ਉਹਨਾਂ ਤੋਂ ਵੀ ਸਲਾਹਾਂ ਲਿੱਤੀ ਗਈ ਕਿ ਕਿਹਨੂੰ ਮੰਤਰੀ ਲਾਇਆ ਜਾਣਾ ਚਾਹੀਦਾ ਤੇ ਕਿਹਨੂੰ ਹਟਾਇਆ ਜਾਣਾ ਚਾਹੀਦਾ। ਔਰ ਉਹ ਲਿਸਟ ਤਕਰੀਬਨ ਫਾਈਨਲ ਹੋ ਗਈ ਹੈ। ਚੰਨੀ ਉਹਨਾਂ ਦਿੱਲੀ ਤੋਂ ਅੱਜ ਸਵੇਰੇ ਵਾਪਸ ਰੋਡ ਰਾਹੀਂ ਆ ਰਹੇ ਨੇ ਔਰ ਆਉਂਦੇ ਹੀ ਉਹ ਕੈਬਨਿਟ ਵਿਸਤਾਰ ਦੀ ਜਾਂ ਕੈਬਨਿਟ ਦੀ ਨਵੀਂ ਲਿਸਟ ਜਾਰੀ ਕਰ ਸਕਦੇ ਨੇ। ਉਹਦੇ ਵਿੱਚ ਕਿਹਨੂੰ ਕੀ ਮਿਲਦਾ ਹੈ ਇਹ ਤੇ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੇਗਾ। ਪਰ ਸਿਆਸਤ ਪੂਰੀ ਗਰਮਾਈ ਹੋਈ ਹੈ। ਸਿੱਧੂ ਉਹਨਾਂ ਦਾ ਦਿੱਲੀ ਨਾ ਜਾਣਾ, ਕਿ ਸਿੱਧੂ ਉਹਨਾਂ ਦੇ ਨਾਲ ਫੋਨ ਤੇ ਕੋਈ ਗੱਲਬਾਤ ਹਾਈਕਮਾਨ ਦੀ ਕੈਬਨਿਟ ਐਕਸਪੈਂਸ਼ਨ ਦੀ ਲਿਸਟ ਤਿਆਰ ਕਰਨ ਤੋਂ ਪਹਿਲੇ ਹੋਈ ਜਾਂ ਨਹੀਂ ਹੋਈ, ਇਸ ਗੱਲ ਦਾ ਵੀ ਖੁਲਾਸਾ ਹਜੇ ਤੱਕ ਨਹੀਂ ਹੋਇਆ। ਪਰ ਸਿਆਸਤ ਪੂਰੀ ਗਰਮਾਈ ਹੋਈ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਹੁਣ ਅਗਲੇ ਪੜਾਅ ਵੱਲ ਪੰਜਾਬ ਦੀ ਸਰਕਾਰ, ਚੰਨੀ ਸਰਕਾਰ, ਸਰਦਾਰ ਚੰਨੀ ਸਰਕਾਰ ਹੁਣ ਜਾਣ ਵਾਲੀ। जी बिल्कुल बिल्कुल, लेकिन कुछ इन्फॉर्मेशन जी मेरे को है मैं जरूर साझी करना चाहूँगा। नवजोत सिंह सिद्धू 2 दिन लगातार सरकार दे मूहरे सरकार वांग चले, लेकिन अखीर दे विच वो ये समझण दे विच कामयाब होए कि ये 2 ਤੋਂ 3 महीने मेरे खाते च पैण वाले आ। पंजाब दे लोग इस सरकार दी कामयाबी जां नाकामयाबी नूं मेरे सिर मड़नगे। उन्हां दे नेड़ले ये सूचना दिंदे है कि नवजोत सिंह सिद्धू ਹੁਣ ਮੁੱਦਿਆਂ ਨੂੰ ਐਡਰੈਸ ਕਰਨ ਵੱਲ ਵਧ ਰਿਹਾ। ਸਿੱਧੂ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਬਲੀ ਲੈਣੀ ਉਹਨਾਂ ਦੇ ਖਾਤੇ 'ਚ ਪਈ ਹੈ ਔਰ ਹੁਣ ਇਸ ਸਰਕਾਰ ਦੇ ਜਿੰਨੇ ਵੀ ਕੰਮ ਹੋਣਗੇ, ਚੰਗੇ ਜਾਂ ਮਾੜੇ, ਉਹ ਸਿੱਧੂ ਦੀ ਝੋਲੀ 'ਚ ਹੀ ਪੈਣੇ ਆ। ਸੋ ਸਿੱਧੂ ਪੰਜਾਬ ਦੇ ਲੋਕਾਂ ਨੂੰ ਵਿਖਾਏ ਗਏ ਖਾਬ ਪੂਰੇ ਕਰਨ ਲਈ ਇਸ ਵੇਲੇ ਕੋਰ 5 ਇਸ਼ੂਜ਼ ਦੇ ਉੱਤੇ ਸਿਰ ਸੁੱਟ ਕੇ ਲੱਗੇ। ਉਹਨਾਂ ਦੀ ਦਿਲਚਸਪੀ ਬਹੁਤੀ ਮੰਤਰਾਲਿਆਂ 'ਚ ਨਹੀਂ, ਉਹਨਾਂ ਦੀ ਦਿਲਚਸਪੀ ਵਜ਼ੀਰ ਬਣਾਉਣ 'ਚ ਨਹੀਂ, ਧੜੇਬੰਦੀ 'ਚ ਨਹੀਂ। ਉਹ ਇਸ ਗੱਲ ਤੇ ਫੋਕਸ ਕਰਕੇ ਚੱਲ ਰਹੇ ਸੀ ਕਿ ਗ੍ਰਹਿ ਮੰਤਰਾਲਾ, ਗ੍ਰਹਿ ਵਿਭਾਗ ਦੇ ਲੋਕ ਖਾਸ ਤੌਰ ਤੇ ਨਸ਼ਿਆਂ ਦੇ ਮੁੱਦੇ ਤੇ ਸਿੱਧੂ ਬਾਜ ਅੱਖ ਰੱਖ ਕੇ ਬੈਠੇ ਹੋਏ ਆ ਔਰ ਲਗਭਗ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਸਿੱਧੂ ਦਾ ਸਾਰਾ ਧਿਆਨ ਇਸ ਗੱਲ ਤੇ ਲੱਗਿਆ ਰਿਹਾ ਕਿ ਅਦਾਲਤਾਂ ਦੇ ਵਿੱਚ ਹੋਣ ਵਾਲੇ ਫੈਸਲਿਆਂ 'ਚ ਐਡਵੋਕੇਟ ਜਨਰਲ ਕੌਣ ਪੇਸ਼ ਹੋਣ। ਸਾਨੂੰ ਬਾਰ-ਬਾਰ ਜਿਹੜੀ ਕਿਰਕਰੀ ਸਹਿਣੀ ਪਈ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਨੂੰ, ਉਹ ਇੱਥੋਂ ਬਚ ਕਿਵੇਂ ਸਕਦੇ ਆ। ਸੋ ਜਸਟਿਸ ਕੁਲਦੀਪ ਸਿੰਘ ਦੇ ਪੁੱਤਰ ਜਸਟਿਸ ਕੁਲਦੀਪ ਸਿੰਘ ਇੱਕ ਬਹੁਤ ਕਾਬਲ ਜੱਜ ਰਹੇ ਨੇ ਔਰ ਉਹਨਾਂ ਦੇ ਨਾਂ ਤੇ ਬੜੇ ਕੰਮ ਬੋਲਦੇ ਆ।
ਚੰਡੀਗੜ੍ਹ ਦੇ ਆਸ-ਪਾਸ ਜਿਹੜੀਆਂ ਜ਼ਮੀਨਾਂ ਜ਼ੋਰਾਵਰਾਂ ਨੇ ਦੱਬੀਆਂ ਰੱਖੀਆਂ, ਉਹਦੀ ਜਾਂਚ ਵੀ ਉਹ ਇੱਕ ਕਮਿਸ਼ਨ ਜਿਹੜਾ ਸੀ ਉਹਦੀ ਅਗਵਾਈ ਕਰਨ ਵਾਲੇ ਜਸਟਿਸ ਕੁਲਦੀਪ ਸਿੰਘ ਵਾਤਾਵਰਣ ਨੂੰ ਲੈ ਕੇ ਔਰ ਸੁਪਰੀਮ ਕੋਰਟ 'ਚ ਬੈਠਦਿਆਂ ਬੜੇ ਅਹਿਮ ਫੈਸਲੇ ਦੇਣ ਵਾਲੇ ਮੰਨੇ ਜਾਂਦੇ ਆ, ਔਰ ਨਵਜੋਤ ਸਿੰਘ ਸਿੱਧੂ ਇਹ ਫੈਸਲਾ ਕਰਾਉਣ 'ਚ ਕਾਮਯਾਬ ਹੁੰਦੇ ਆ, ਜਿਹੜੇ ਉਹਨਾਂ ਨੇ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਾਈ। ਹੁਣ ਉਸ ਤੋਂ ਬਾਅਦ ਅਗਲੀ ਨਿਯੁਕਤੀ ਪੰਜਾਬ ਦੇ ਡੀਜੀਪੀ ਦੀ ਆ, ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦਖਲ ਦੇ ਰਹੇ ਆ, ਲੇਕਿਨ ਉਹ ਦਖਲ ਇੰਨਾ ਹੀ ਆ ਕਿ ਪੰਜਾਬ ਦੇ ਮੁੱਦੇ ਕਿਵੇਂ ਐਡਰੈਸ ਹੋਣ। ਮੈਂ ਇਸ ਵੇਲੇ, ਕਿਉਂਕਿ ਸਿਆਸਤ ਨੂੰ ਸਿਆਸਤ ਵਾਂਗ ਵੇਖੋਗੇ ਤਾਂ ਤੁਹਾਨੂੰ ਸ਼ਾਇਦ ਐਨਕ ਧੜਿਆਂ 'ਚ ਵੰਡ ਕੇ ਲਾਉਣੀ ਪਊਗੀ, ਲੇਕਿਨ ਜਿੱਥੇ ਮੁੱਦਿਆਂ ਦੀ ਗੱਲ ਆ, 3 ਮਹੀਨਿਆਂ 'ਚ ਚੰਨੀ ਇੱਕ ਪਾਪੂਲਰ ਫੇਸ ਬਣਨ ਜਾ ਰਿਹਾ। ਉਹ ਨਿੱਕੀਆਂ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਐਕਟੀਵਿਟੀਜ਼ ਆ ਉਹਦੇ ਵਿੱਚੋਂ ਮਾਈਲੇਜ ਲੈ ਰਹੇ ਆ। ਉਹ ਲੋਕਾਂ ਦੇ ਨਾਲ ਗਲਵਕੜੀਆਂ ਪਾਉਂਦੇ, ਚਾਹਾਂ ਪੀਂਦੇ, ਤੁਰਦੇ ਫਿਰਦੇ ਨਜ਼ਰ ਆਉਣਗੇ। ਬਹੁਤ ਬਿਹਤਰ ਇੱਕ ਇਮੇਜ ਉਹ ਆਪਣੀ ਬਣਾ ਰਹੇ ਆ, ਲੇਕਿਨ ਇਸੇ ਪਾਸੇ ਜਿਹੜਾ ਹਾਰਡਕੋਰ ਇੱਕ ਸਖਤ ਫੈਸਲੇ ਲੈਣ ਵਾਲੀ ਗੱਲ ਆ ਉਹ ਸਿੱਧੂ ਦੇ ਹਿੱਸੇ ਆਊਗੀ। ਤੁਸੀਂ ਦੇਖੋਗੇ ਕਿ ਪਿਛਲੇ 2-3 ਦਿਨ ਤੋਂ ਇਹਦੇ 'ਚ ਨਸ਼ਿਆਂ ਵਾਲਾ ਮੁੱਦਾ ਪਿੱਛੇ ਚਲੇ ਗਿਆ। ਸ਼ਾਇਦ ਇਹ ਇੱਕ ਰਣਨੀਤੀ ਹੈ ਕਿ ਇਹਨੂੰ ਟੱਚ ਨਾ ਕੀਤਾ ਜਾਵੇ ਤਾਂ ਕਿ ਕੱਲ ਨੂੰ ਕੋਰਟਾਂ 'ਚ ਵੰਡੈਟਾ ਪੋਲਿਟਿਕਸ ਦਾ ਜ਼ਿਕਰ ਨਾ ਹੋਵੇ। ਲੇਕਿਨ ਜਿਹੜੇ ਬਿਜਲੀ ਸਮਝੌਤੇ ਔਰ ਬੇਅਦਬੀ ਮਾਮਲੇ ਜਾਂ ਇਹਨਾਂ ਸਾਰਿਆਂ ਦੇ ਉੱਤੇ ਸਿੱਧੂ ਹੋਮਵਰਕ ਕਰ ਰਹੇ ਆ। ਉਹਨਾਂ ਦੀ ਦਿਲਚਸਪੀ ਮੈਂ ਰਿਪੀਟ ਕਰਦਿਆਂ, ਮੰਤਰੀ ਕੌਣ ਬਣਦਾ ਕੌਣ ਨਹੀਂ, ਜ਼ਿਆਦਾ 'ਚ ਨਹੀਂ, 1-2 ਨੂੰ ਛੱਡ ਕੇ। ਬਾਕੀ ਮੈਂ ਇਹਦੇ 'ਚ ਇਹ ਵੀ ਦਖਲ ਦਿਆਂਗਾ ਕਿ ਕੈਪਟਨ ਅਮਰਿੰਦਰ ਸਿੰਘ ਲਈ ਲੌਬਿੰਗ ਹੋ ਰਹੀ ਆ ਦਿੱਲੀ 'ਚ, G23 ਉਧਰੋਂ ਹੁੱਡਾ, ਕਈ ਲੋਕ ਲੌਬਿੰਗ ਕਰ ਰਹੇ ਆ ਕਿ ਜੇ ਪੁਰਾਣੇ ਬੰਦਿਆਂ ਨੂੰ ਇਸੇ ਤਰੀਕੇ ਨਾਲ ਬਾਹਰ ਦਾ ਰਸਤਾ ਵਿਖਾਇਆ ਜਾਣਾ ਤੇ ਕਾਂਗਰਸ ਵਿੱਚ ਉਹਨਾਂ ਦੀ ਕਿੰਨੀ ਕੁ ਬਚੀ ਆ। ਮੈਂ ਹੁਣ ਤੁਹਾਡੇ ਵੱਲ ਮੁੜਦਾ ਹਾਂ, ਮੈਨੂੰ ਹੁਣ ਦੱਸਿਓ, ਸਿਲਸਿਲੇਵਾਰ ਦੱਸਿਓ ਕਿ ਪੰਜਾਬ ਦੇ 2-3 ਮਹੀਨੇ ਘਟਨਾਵਾਂ ਭਰਪੂਰ ਰਹਿਣਗੇ, ਸਖਤ ਫੈਸਲਿਆਂ ਵਾਲੇ ਰਹਿਣਗੇ, ਜਾਂ ਫਿਰ ਇਹ ਵੀ ਸਰਕਾਰ 3 ਮਹੀਨਿਆਂ ਦੇ ਵਿੱਚ, ਕਿਉਂਕਿ 3 ਮਹੀਨੇ ਤਾਂ ਹਨੀਮੂਨ ਪੀਰੀਅਡ ਵੀ ਇਹਨਾਂ ਨੂੰ ਤਾਂ 5 ਜਾਂ 7 ਦਿਨ ਦਾ ਹੀ ਮਿਲਣਾ ਉਹਦੇ ਹਿਸਾਬ ਨਾਲ। ਰੰਧਾਵਾ ਜੀ, ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਟਾਈਮਿੰਗ ਨਵੀਂ ਸਰਕਾਰ ਦੀ ਬਣਨ ਦੀ ਹੁਣ ਤਕਰੀਬਨ 4 ਕੁ ਮਹੀਨੇ ਰਹਿ ਗਏ ਨੇ, ਔਰ ਕਿਹਾ ਜਾਂਦਾ ਚੌਥੇ ਮਹੀਨੇ ਉਹ ਕੋਡ ਆਫ ਕੰਡਕਟ ਲੱਗ ਜਾਂਦਾ ਜੇ ਇਲੈਕਸ਼ਨ ਟਾਈਮਲੀ ਯਾਨੀ ਫਰਵਰੀ ਦੇ ਵਿੱਚ ਹੁੰਦੇ ਨੇ। ਇਹਨਾਂ 4 ਮਹੀਨਿਆਂ ਦੇ ਵਿੱਚ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਵੀ ਕਹਿ ਚੁੱਕੇ ਹਾਂ, ਹਰ ਸਰਕਾਰ ਲਾਸਟ ਦੇ 6 ਮਹੀਨੇ ਗੱਫੇ ਵੰਡਣ ਵਾਸਤੇ ਰੱਖਦੀ ਹੈ, ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਔਰ ਚੰਨੀ ਉਹਨਾਂ ਦਾ ਉਸ ਟਾਈਮ ਮੁੱਖ ਮੰਤਰੀ ਬਣਨਾ ਜਦ ਗੱਫੇ ਵੰਡੇ ਜਾਣੇ ਸੀਗੇ, ਔਰ ਉਹ ਵੰਡ ਵੀ ਰਹੇ ਨੇ। ਉਹ ਹਰ ਵਰਗ ਨੂੰ ਕਹਿ ਰਹੇ ਨੇ ਵੀ ਤੁਹਾਡੀ ਡਿਮਾਂਡ ਪੂਰੀ, ਮੰਗਾ ਲਿਆਓ, ਨਾਲ ਦੇ ਨਾਲ ਪੂਰੀ ਕਰਾਓ। ਮੁਲਾਜ਼ਮਾਂ ਦੀ ਤਨਖਾਹ ਤੱਕ ਉਹਨਾਂ ਨੇ 15% ਵਧਾਤੀ, ਔਰ 15% ਤਨਖਾਹ ਵਧਾਉਣ ਤੋਂ ਬਾਅਦ ਹੋਰ ਵੀ ਉਹ ਕਹਿੰਦੇ ਨੇ ਕਿ ਕੱਲ ਵੀ ਜਦ PTU ਦੇ ਵਿੱਚ ਚੰਨੀ ਉਹਨਾਂ ਸੀਗੇ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਤੁਹਾਡਾ ਭਰਾ ਹੁਣ ਮੁੱਖ ਮੰਤਰੀ ਬਣ ਗਿਆ ਤੇ ਇੱਕ ਵੀ ਯੁਵਕ ਬੇਰੋਜ਼ਗਾਰ ਨਹੀਂ ਰਹੇਗਾ। ਖੈਰ ਬੜੀ ਵੱਡੀ ਗੱਲ ਕਹੀ ਹੈ, ਔਖਾ ਕੰਮ ਹੈਗਾ, ਪਰ ਸੌਖੇ ਕੰਮ ਵੀ ਕਈ ਹੈਗੇ ਜਿਨ੍ਹਾਂ ਦੇ ਉੱਤੇ ਲੜਾਈ ਚੱਲਦੀ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ, ਔਰ ਕਿਹਾ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਬਾਦਲ ਪਰਿਵਾਰ ਦੇ ਨਾਲ ਰਲੇ ਹੋਏ ਨੇ। ਉਸ ਐਲੀਗੇਸ਼ਨਸ ਤੋਂ ਬਾਅਦ ਹੁਣ ਸਮਾਂ ਆ ਗਿਆ ਕੰਮ ਕਰਨ ਦਾ। ਉਹ 3 ਮੁੱਦੇ ਜਿਨ੍ਹਾਂ ਮੁੱਦਿਆਂ ਦੇ ਉੱਤੇ 75-25 ਦੀ ਰਾਜਨੀਤੀ ਹੁੰਦੀ ਸੀ, ਖਾਸ ਕਰਕੇ ਮਾਈਨਿੰਗ ਦੇ ਮੁੱਦੇ ਤੇ ਇੱਕ ਫੈਸਲਾ ਪਹਿਲੀ ਕੈਬਨਿਟ ਦੇ ਵਿੱਚ ਲਿੱਤਾ ਤੇ ਗਿਆ ਹੈ, ਪਰ ਬੜਾ ਵੇਗ ਜਿਹਾ ਫੈਸਲਾ ਹੈ ਕਿ ਵੀ ਜਿਹੜੇ ਰੇਤ ਦੇ ਖੱਡਾਂ ਦੇ ਮਾਲਕ ਹੈਗੇ ਨੇ, ਕਿਸਾਨ ਹੈਗੇ ਨੇ, ਉਹਨਾਂ ਨੂੰ ਅਧਿਕਾਰ ਹੈਗਾ ਕਿ ਫ੍ਰੀ ਰੇਤਾ ਕੱਢੋ। ਸਿਰਫ ਇੰਨੀ ਕੁ ਗੱਲ ਕਰਨ ਨਾਲ ਮਾਈਨਿੰਗ ਦਾ ਜਿਹੜਾ ਮਾਫੀਆ ਹੈਗਾ ਜਾਂ ਮਾਈਨਿੰਗ ਦਾ ਜਿਹੜਾ ਇਸ਼ੂ ਹੈਗਾ, ਇਲੀਗਲ ਮਾਈਨਿੰਗ ਦੀ ਜਿਹੜੀ ਐਕਟੀਵਿਟੀ ਹੈਗੀ ਹੈ, ਉਹ ਖਤਮ ਨਹੀਂ ਹੋ ਜਾਂਦੀ। ਇਸ ਮੁੱਦੇ ਤੇ ਪੁਰਜ਼ੋਰ ਕਾਰਵਾਈ ਕਰਨ ਦੀ ਲੋੜ ਹੈ। ਦੂਜਾ ਮੁੱਦਾ ਡਰੱਗ ਦਾ ਸੀਗਾ। ਡਰੱਗ ਦੇ ਮੁੱਦੇ ਤੇ ਬੰਦ ਪਏ ਲਿਫਾਫੇ, ਉਹ ਲਿਫਾਫੇ ਕਦੋਂ ਖੁੱਲਣਗੇ, ਉਹਨਾਂ ਲਿਫਾਫਾਂ ਨੂੰ ਖੁੱਲਣ ਵਾਸਤੇ ਕੌਣ ਰੋਕ ਸਕਦਾ ਇਹਨਾਂ ਨੂੰ, ਇਹ ਗੱਲ ਵੀ ਬੜੀ ਦੇਖਣ ਵਾਲੀ ਹੈ। ਕਿਉਂਕਿ ਤੁਸੀਂ ਹੁਣੇ ਕਹਿ ਕੇ ਹਟੇ ਹੋ, ਇਸ ਗੱਲ ਦਾ ਜ਼ਿਕਰ ਹਜੇ ਤੱਕ ਨਵੀਂ ਸਰਕਾਰ ਨੇ ਨਹੀਂ ਕੀਤਾ ਕਿ ਉਹ ਬੰਦ ਲਿਫਾਫਿਆਂ ਦੇ ਉੱਤੇ ਰਾਜਨੀਤੀ ਤੇ ਕੀਤੀ ਗਈ, ਪਰ ਉਹਨਾਂ ਬੰਦ ਲਿਫਾਫਿਆਂ ਨੂੰ ਖੋਲ੍ਹਣ ਵਾਸਤੇ ਸਰਕਾਰ ਤਕਰੀਬਨ 4-5 ਦਿਨ ਤੋਂ ਜ਼ਿਆਦਾ ਹੋ ਗਏ ਨੇ, ਹਜੇ ਤੱਕ ਕੀ ਕੀਤਾ। 29 ਤਰੀਕ ਨੂੰ ਕੈਬਨਿਟ ਦੀ ਮੀਟਿੰਗ ਦੁਬਾਰਾ ਹੋਏਗੀ। ਉਸ ਤੋਂ ਪਹਿਲੇ ਅੱਜ ਕੈਬਨਿਟ ਦਾ ਵਿਸਤਾਰ, ਜੋ ਉਮੀਦ ਕੀਤੀ ਜਾਂਦੀ ਹੈ ਕਿ ਹੋਰ ਘੰਟੇ 2 ਘੰਟੇ ਬਾਅਦ ਉਹ ਲਿਸਟ ਬਾਹਰ ਆ ਜਾਏਗੀ। ਉਸ ਲਿਸਟ ਦੇ ਵਿੱਚ ਕੌਣ ਬਾਹਰ ਤੇ ਕੌਣ ਅੰਦਰ ਗਿਆ, ਉਸ ਤੋਂ ਬਾਅਦ ਇਹ ਫੈਸਲਾ ਕਰਨ ਦੀ ਲੋੜ ਪਏਗੀ ਕਿ ਉਹਨਾਂ ਮੁੱਦਿਆਂ ਦਾ, ਖਾਸ ਕਰਕੇ PPA ਐਗਰੀਮੈਂਟਸ ਨੂੰ ਰੱਦ ਕਰਨ ਦੀ ਜਿਹੜੀ ਗੱਲ ਕੀਤੀ ਗਈ ਸੀ, ਬੰਦ ਲਿਫਾਫਿਆਂ ਨੂੰ ਖੋਲ੍ਹਣ ਦੀ ਗੱਲ ਕੀਤੀ ਗਈ ਸੀ, ਔਰ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦੀ ਗੱਲ ਕੀਤੀ ਸੀਗੀ, ਉਹਨਾਂ ਦੇ ਉੱਤੇ ਕੀ ਫੈਸਲੇ ਹੁੰਦੇ ਨੇ। ਭਾਸਕਰ ਸਾਹਿਬ, ਇਹਦੇ ਚ ਮੈਂ ਇੱਕ ਚੀਜ਼ ਸ਼ਾਮਲ ਕਰ ਦਿਆਂ ਕਿ ਜਦੋਂ ਤੁਸੀਂ ਪੰਜਾਬ ਦੇ ਨਵੇਂ DGP ਦੀ ਸਿਫਾਰਿਸ਼ ਦੇਖ ਰਹੇ ਹੋ, ਜਿਹਦੇ ਵਿੱਚ ਸਿਧਾਰਥ ਚੱਟੋਪਾਧਿਆਏ ਜੇਕਰ ਉਹਨਾਂ ਦਾ ਜ਼ਿਕਰ ਆ ਰਿਹਾ,
ਤੇ ਤੁਹਾਨੂੰ ਯਾਦ ਹੋਣਾ ਕਿ ਉਹੀ ਜਾਂਚ ਜਿਹਦੇ ਵਿੱਚ ਵੱਡੇ ਪੁਲਿਸ ਅਫਸਰ ਸ਼ਾਮਲ ਸੀ, ਜਿਹਦੇ ਵਿੱਚ ਪੋਲੀਟੀਸ਼ੀਅਨਸ ਦਾ ਜ਼ਿਕਰ ਹੈ, ਜਿਹੜੇ ਲਿਫਾਫੇ ਉੱਥੇ ਪਏ ਨੇ ਉਹ ਜੋ 2 ਵਿਅਕਤੀਆਂ ਵੱਲੋਂ ਪੇਸ਼ ਨੇ। ਇੱਕ ਤਾਂ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਈਡੀ ਦੇ ਨਿਰੰਜਨ ਸਿੰਘ ਦੀ ਰਿਪੋਰਟ ਦੇ ਉੱਤੇ ਫਰਦਰ ਰਿਪੋਰਟ ਪੇਸ਼ ਕੀਤੀ ਗਈ ਹੈ, ਔਰ ਉਹਦੇ ਉੱਤੇ ਐਕਸ਼ਨ ਟੇਕਨ ਰਿਪੋਰਟ ਵੀ ਪੈਂਡਿੰਗ ਆ ਜੇ, ਜੋ ਅੰਦਰ ਪਈ ਆ ਉਹਦੇ ਚ ਪਤਾ ਨਹੀਂ ਕੀ ਹੈ। ਲੇਕਿਨ ਜੇਕਰ ਨਵੇਂ ਡੀਜੀਪੀ ਲਾਤੇ ਜਾਂਦੇ ਆ ਚਟੋਪਾਧਿਆਏ, ਤਾਂ ਫਿਰ ਉਹਨਾਂ ਦੇ ਨਾਲ ਇੱਕ ਵੱਡੀ ਜ਼ਿੰਮੇਵਾਰੀ ਐਸਟੀਐਫ ਤੇ ਵਿਜੀਲੈਂਸ ਚੀਫ ਵਜੋਂ ਜਿਹੜੀ ਬਾਰ-ਬਾਰ ਆ ਰਹੀ ਆ ਕਿ ਹਰਪ੍ਰੀਤ ਸਿੱਧੂ ਦੀ ਚੋਣ ਹੋ ਸਕਦੀ ਆ। ਸੋ ਜਿਹੜਾ ਕੰਕਰੀਟ ਅੱਗੇ ਫੈਸਲਿਆਂ ਵੱਲ ਵਧਿਆ ਜਾ ਰਿਹਾ, ਜੇ ਇਹ 2 ਵਿਅਕਤੀ ਪੁਲਿਸ ਪ੍ਰਮੁੱਖ ਬਣ ਜਾਂਦੇ ਆ ਕਰਮਵਾਰ, ਤਾਂ ਫਿਰ ਤੁਹਾਨੂੰ ਪਤਾ ਹੈ ਕਿ ਰਣਨੀਤੀ ਸਾਫ਼ ਆ, ਤੁਹਾਡੀ ਕਿਸ ਦਿਸ਼ਾ 'ਚ ਤੁਸੀਂ ਜਾਣਾ ਹੈ ਉਹ ਸਭ ਸਾਫ਼ ਹੋ ਜਾਊਗਾ। ਲੇਕਿਨ ਇਹਦੇ ਨਾਲ ਅਗਲਾ ਮਸਲਾ ਅਹਿਮ ਹੋਊਗਾ ਕਿ ਤੁਹਾਡੇ ਕੋਲ ਬਿਜਲੀ ਸਮਝੌਤੇ ਰੱਦ ਕਰਨ ਲਈ ਤੁਰੰਤ ਤੁਹਾਨੂੰ ਐਡਵੋਕੇਟ ਜਨਰਲ ਵੱਲੋਂ ਕੀ ਰਾਏ ਮਿਲਦੀ ਆ, ਤੁਹਾਨੂੰ ਜਿਹੜੀਆਂ ਬਿਜਲੀ ਕੰਪਨੀਆਂ ਉਹਨਾਂ ਨੂੰ ਬੈਠ ਕੇ ਉਹਨਾਂ ਨਾਲ ਨੈਗੋਸੀਏਸ਼ਨ 'ਚ ਗੱਲ ਮੁੱਕਦੀ, ਇਹ ਦੇਖਣ ਵਾਲੇ ਬਹੁਤ ਅਹਿਮ ਫੈਸਲੇ ਹੋਣੇ ਆ। ਲੇਕਿਨ ਇੰਨਾ ਸਮਾਂ ਘੱਟ ਹੈ ਕਿ ਤੁਹਾਨੂੰ 24 ਘੰਟਿਆਂ 'ਚੋਂ 18 ਘੰਟੇ ਕੰਮ ਕਰਨਾ ਪੈਣਾ। ਲੇਕਿਨ ਸਿੱਧੂ ਦੀ ਦਿਲਚਸਪੀ ਮੁੱਢਲੇ ਤੌਰ ਤੇ 4-5 ਚੀਜ਼ਾਂ 'ਚ ਜਿਹਦੇ ਲਈ ਉਹ ਪ੍ਰੋਮਿਸ ਕਰਦੇ ਰਿਹਾ, ਤੇ ਉੱਥੇ ਹੀ ਮੈਨੂੰ ਲੱਗਦਾ ਫੋਕਸ ਕਰਕੇ ਰੱਖਣਗੇ। ਇੱਕ ਗੱਲ ਚੱਲਦੀ ਰਹੀ ਕਿ ਉਹ ਆਪਣੇ ਇੱਕ ਨੇੜੇ ਦੇ ਬੰਦੇ ਨੂੰ ਮੀਡੀਆ ਐਡਵਾਈਜ਼ਰ ਲਵਾਉਣਾ ਚਾਹੁੰਦੇ ਚ ਕੋਈ ਐਸੀਆਂ ਗੱਲਾਂ, ਲੇਕਿਨ ਸਿਆਣੇ ਸਮਝਦੇ ਆ ਕਿ ਸਿੱਧੂ ਹੁਣ ਇਸ ਰੇਸ ਵਿੱਚ ਨਹੀਂ ਜਾਣਗੇ ਕਿ ਕਿਹਨੂੰ ਕਿੱਥੇ ਲਾਉਣਾ ਹੈ, ਕਿਹਨੂੰ ਹਟਾਉਣਾ ਹੈ। ਹਾਲਾਂਕਿ ਇੱਕ ਅਹਿਮ ਰੌਲਾ ਪੈ ਰਿਹਾ ਕਿ ਗ੍ਰਹਿ ਮੰਤਰਾਲੇ ਨੂੰ ਲੈ ਕੇ ਘੁੰਡੀ ਫਸ ਸਕਦੀ ਆ। ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਨੂੰ ਜਿਹੜਾ ਲਾਉਣ ਲੱਗਿਆਂ ਵੀ ਘੁੰਡੀ ਫਸੀ ਆ, ਸੁਖਜਿੰਦਰ ਸਿੰਘ ਰੰਧਾਵਾ, ਔਰ ਇਹਨਾਂ ਦੇ ਵਿੱਚ ਇਹ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ, ਇਹਦੇ ਤੇ ਅਸੀਂ ਡੂੰਘਾਈ ਨਾਲ ਨਹੀਂ ਗਏ। ਲੇਕਿਨ ਗ੍ਰਹਿ ਮੰਤਰਾਲੇ ਦੀ ਗੱਲ ਚੱਲਦੀ ਰਹੀ ਕਿ ਉਹ ਕਿਹਨੂੰ ਮਿਲੇਗਾ, ਲੇਕਿਨ ਇਹਦੇ ਵਿੱਚ ਇੱਕ ਬਹੁਤ ਵੱਡਾ ਪੇਚ ਹੋ ਸਕਦਾ। ਆਉਂਦੇ ਦਿਨੀ ਇਹਨਾਂ ਦੇ ਡਿਫਰੈਂਸਸ ਵੱਧ ਵੀ ਸਕਦੇ ਆ। ਸੋ ਇਹਨਾਂ ਮੁੱਦਿਆਂ ਤੇ ਵੀ ਮੈਨੂੰ ਦੱਸਿਓ ਜ਼ਰਾ। ਗ੍ਰਹਿ ਮੰਤਰਾਲੇ ਦੀ ਗੱਲ ਕਰੀਏ ਤੇ ਤੁਹਾਨੂੰ ਪਤਾ ਹੈ ਪਰਸੋਂ ਜਾਖੜ ਸਾਹਿਬ ਨੂੰ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਚੰਡੀਗੜ੍ਹ 에ਅਰਪੋਰਟ ਤੋਂ ਨਾਲ ਲੈ ਕੇ ਗਈ। ਉਸ ਤੋਂ ਬਾਅਦ ਜਾਖੜ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ, ਇਸ ਗੱਲ ਨੂੰ ਵੀ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਇਆ ਸੀਗਾ। ਹੁਣ ਉਹ ਵੱਡੀ ਜ਼ਿੰਮੇਵਾਰੀ ਕੀ ਹੋ ਸਕਦੀ ਹੈ, ਉਹਦੇ ਵਿੱਚ ਕੁਝ ਗੱਲਾਂ ਬਾਹਰ ਨਿਕਲ ਕੇ ਆਈਆਂ। ਇੱਕ ਤੇ ਹੈ ਕਿ ਕੈਂਪੇਨ ਕਮੇਟੀ ਦਾ ਉਹਨਾਂ ਨੂੰ ਚੇਅਰਮੈਨ ਬਣਾਇਆ ਜਾ ਸਕਦਾ ਹੈ। ਦੂਜੀ ਇਹ ਵੀ ਪੇਸ਼ਕਸ਼ ਉਹਨਾਂ ਨੂੰ ਕੀਤੀ ਗਈ ਸੀ, ਤੁਸੀਂ ਡਿਪਟੀ ਚੀਫ ਮਿਨਿਸਟਰ ਵਜੋਂ ਤੁਸੀਂ ਪੰਜਾਬ ਦਾ ਕਾਰਜਭਾਰ ਸੰਭਾਲੋ ਤੇ ਤੁਹਾਨੂੰ ਹੋਮ ਪੋਰਟਫੋਲੀਓ ਵੀ ਦਿੰਦੇ ਨੇ, ਜਿਹਦੇ ਵਾਸਤੇ ਕਿਹਾ ਜਾਂਦਾ ਹੈ ਕਿ ਜਾਖੜ ਉਹਨਾਂ ਨੇ ਮਨਾ ਕਰਤਾ। ਕੈਂਪੇਨ ਕਮੇਟੀ ਦਾ ਚੇਅਰਮੈਨ ਲਾ ਕੇ ਟਿਕਟਾਂ ਦੀ ਵੰਡ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਜਾਖੜ ਉਹਨਾਂ ਨੂੰ ਦੇਣਾ, ਉਹ ਆਪਣੇ ਆਪ ਵਿੱਚ ਇੰਡੀਕੇਟ ਕਰਦਾ ਹੈ ਕਿ ਆਉਣ ਵਾਲੀ ਚੋਣਾਂ ਦੇ ਵਿੱਚ ਜਾਖੜ ਉਹਨਾਂ ਇੱਕ ਬੈਲੈਂਸਿੰਗ ਐਕਟੀਵਿਟੀ ਕਰਨਗੇ। ਯਾਨੀ ਸਿੱਧੂ ਕੈਂਪ, ਕੈਪਟਨ ਕੈਂਪ ਜਾਂ ਹੋਰ ਧੜਿਆਂ ਦੇ ਵਿੱਚ ਵੰਡੀ ਹੋਈ ਰਾਜਨੀਤੀ ਨੂੰ ਉਹਨਾਂ ਧੜਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਨਗੇ। ਔਰ ਇਸ ਗੱਲ ਦੇ ਵਿੱਚ ਖਾਸ ਗੱਲ ਹੈ ਵੇ ਕਿ ਸਿਸਵਾ ਫਾਰਮ ਹਾਊਸ ਦੇ ਵਿੱਚ ਕੀ ਚੱਲ ਰਿਹਾ, ਜਿੱਥੇ ਕੈਪਟਨ ਅਮਰਿੰਦਰ ਸਿੰਘ ਆਪਣੀ ਅਗਲੀ ਰਣਨੀਤੀ ਤਿਆਰ ਕਰ ਰਹੇ ਨੇ। ਸਰਕਾਰ ਤੇ ਸਰਕਾਰ ਦਾ ਇੱਕ ਜਿਹੜਾ ਸਿੱਧੂ ਗੁੱਟ ਹੈਗਾ, ਇਹ ਨਜ਼ਰ ਉੱਥੇ ਵੀ ਹੈਗੀ ਹੈ ਕਿ ਅਸੀਂ ਕੋਈ ਐਦਾਂ ਦੀ ਐਕਟੀਵਿਟੀ ਨਾ ਕਰੀਏ ਜਿਹਦੇ ਕਰਕੇ ਕਾਂਗਰਸ ਦੋ ਫਾੜ ਹੋ ਜਾਏ। ਤੋ ਇਸ ਵਾਸਤੇ ਹੀ ਜਿਹੜੀ ਕੈਬਨਿਟ ਐਕਸਪੈਂਸ਼ਨ ਹੈਗੀ ਹੈ, ਉਹਦੇ ਵਿੱਚ ਉਹਨਾਂ ਚਿਹਰਿਆਂ ਨੂੰ ਤਾਂ ਹਟਾਇਆ ਜਾ ਸਕਦਾ ਹੈ, ਜਿੱਦਾਂ ਗੁਜਰਾਤ ਵਿੱਚ ਭਾਜਪਾ ਨੇ ਕੀਤਾ ਕਿ ਸਾਰੇ ਦੇ ਸਾਰੇ ਚਿਹਰੇ ਬਦਲਤੇ। ਉਹ ਇੱਕ ਐਕਸਟਰਾ ਆਰਡੀਨਰੀ ਕਾਰਵਾਈ ਸੀਗੀ। ਪੰਜਾਬ ਦੇ ਵਿੱਚ ਇੱਦਾਂ ਦੀ ਕਾਰਵਾਈ ਹੋਏਗੀ ਜਾਂ ਨਹੀਂ ਹੋਏਗੀ, ਇਹ ਤੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਪਰ ਕੈਬਨਿਟ ਵਿਸਤਾਰ ਦੇ ਉੱਤੇ ਜਿਹੜੀ 4 ਘੰਟੇ ਮੀਟਿੰਗ ਹੋਈ, ਉਹ ਆਪਣੇ ਆਪ ਵਿੱਚ ਬੜਾ ਹੀ ਇੱਕ ਇੰਪੋਰਟੈਂਸ ਰੱਖਦੀ ਹੈ ਪੋਲਿਟਿਕਸ ਦੇ ਵਿੱਚ ਕਿ 4 ਘੰਟੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ ਔਰ ਹਰੀਸ਼ ਰਾਵਤ, ਕੇਸੀ ਵੇਨੂਗੋਪਾਲ ਔਰ ਕੁਝ ਪੰਜਾਬ ਦੇ ਲੋਕ, ਚੰਨੀ ਉਹਨਾਂ ਵੀ ਉਹਦੇ ਵਿੱਚ ਹੁੰਦੇ ਨੇ। ਉਹ 4 ਘੰਟੇ ਦੇ ਵਿੱਚ ਉਹ 15 ਨਾਂ ਡਿਸਾਈਡ ਕਰਦੇ ਨੇ। ਉਹ ਨਾਂ ਜਾਂ ਤੇ ਪੂਰੇ ਬਦਲ ਦੇਣਗੇ ਜਾਂ ਫਿਰ ਉਹ ਜਿਹੜੀ ਮਿਲੀ ਜੁਲੀ ਕੈਬਨਿਟ ਹੁੰਦੀ ਹੈ ਵੀ 4 ਬੰਦੇ 2 ਬੰਦੇ ਉਹ ਕੈਪਟਨ ਸਾਹਿਬ ਦੀ ਵੀ ਰੱਖ ਲਏ ਤੇ ਬਾਕੀ 4-5 ਆਪਣੇ ਨਵੇਂ ਪਾ ਲਏ। ਇੱਕ ਨਵੀਂ ਸ਼ੇਪ ਕੈਬਨਿਟ ਨੂੰ ਦੇਣ ਦੀ ਲੋੜ ਹੈ ਔਰ ਉਸ ਲੋੜ ਨੂੰ ਮਹਿਸੂਸ ਕੀਤਾ ਜਾ ਰਿਹਾ ਹਾਈ ਕਮਾਂਡ ਦੁਆਰਾ। ਔਰ ਮੈਂ ਜਿਸ ਤਰ੍ਹਾਂ ਪਹਿਲੇ ਵੀ ਕਹਿ ਚੁੱਕਿਆ ਕਿ ਘੰਟੇ 2 ਘੰਟੇ ਦੇ ਵਿੱਚ ਇਹ ਲਿਸਟ ਆਊਟ ਹੋ ਸਕਦੀ ਹੈ। ਉਹਦੇ ਵਿੱਚ ਯੰਗਸਟਰਸ ਯਾਨੀ ਯੂਥ ਦੇ ਆਉਣ ਦੀ ਬੜੀ ਉਮੀਦ ਹੈਗੀ ਹੈ। ਰਾਜਾ ਵੜਿੰਗ ਉਹਨਾਂ ਦੀ ਸੀਟ ਪੱਕੀ ਮੰਨੀ ਜਾਂਦੀ ਹੈ ਨਵੀਂ ਕੈਬਨਿਟ ਦੇ ਵਿੱਚ। ਪ੍ਰਗਟ ਸਿੰਘ ਵਰਗੇ, ਕੁਲਜੀਤ ਨਾਗਰਾ ਵਰਗੇ ਹੋਰ ਇਸ ਤਰ੍ਹਾਂ ਦੇ ਨਾਵਾਂ ਦੇ ਉੱਤੇ ਬੜੀ ਇੱਕ ਗੰਭੀਰ ਚਰਚਾ ਹਾਈ ਕਮਾਂਡ ਨੇ ਛੇੜੀ ਸੀਗੀ। ਉਸ ਚਰਚਾ ਨੂੰ ਇੱਕ ਖਤਮ ਕਰਕੇ ਚੰਨੀ ਉਹਨਾਂ ਨੂੰ ਇੱਕ ਲਿਫਾਫਾ ਦੇ ਕੇ ਸ਼ਾਇਦ ਪੰਜਾਬ ਵੱਲ ਤੋੜ ਦਿੱਤਾ ਗਿਆ। ਉਸ ਪੰਜਾਬ ਵਿੱਚ ਆਉਣ ਤੋਂ ਬਾਅਦ
ਉਹ ਕੈਬਨਿਟ ਐਕਸਪੈਂਸ਼ਨ ਦਾ ਖੁਲਾਸਾ ਜਾਂ ਉਹਨਾਂ ਨਾਵਾਂ ਦਾ ਖੁਲਾਸਾ। ਪਰ ਭਾਸਕਰ ਸਾਹਿਬ, ਇਹਦੇ 'ਚ ਇੱਕ ਹੋਰ ਦਿਲਚਸਪ ਡਿਵੈਲਪਮੈਂਟ ਇਹ ਹੈ ਕਿ ਗਾਂਧੀ ਪਰਿਵਾਰ ਦੇ ਨੇੜਲੇ ਸਰੋਤ ਪੁਖਤਾ ਕਰਦੇ ਆ, ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਅੰਦਰੇ ਗੱਲ ਚੱਲ ਰਹੀ ਆ ਰਾਹੁਲ ਗਾਂਧੀ ਦੇ ਕੈਂਪ ਦੇ ਵਿੱਚ। ਇੱਕ ਕੈਂਪ ਮੈਂ ਤਾਂ ਕਹਿ ਰਿਹਾ ਕਿਉਂਕਿ ਖਬਰਾਂ ਉੱਥੋਂ ਨਿਕਲ ਕੇ ਆ ਜਾਂਦੀਆਂ ਨੇ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਦਾ ਰਸਤਾ ਵਿਖਾਉਣ ਲਈ ਕਾਲੇ ਨੇ ਰਾਹੁਲ ਗਾਂਧੀ। ਜਿਸ ਤਰ੍ਹਾਂ ਦੀ ਫੀਡਬੈਕ ਉੱਥੇ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਰਹਿੰਦੇ ਆ ਤਾਂ ਉਹ ਕਾਂਗਰਸ ਦਾ ਨੁਕਸਾਨ ਕਰਨਗੇ, ਔਰ ਜਿਹੜੇ 3 ਮਹੀਨੇ ਇਹਦੇ ਚ ਧੜੇਬੰਦੀ ਵਧੂਗੀ, ਇਹ ਉਹਨਾਂ ਨੂੰ ਫੀਡਬੈਕ ਦਿੱਤੀ ਗਈ ਹੈ, ਜਿਹਦੇ ਉੱਤੇ ਰਾਹੁਲ ਗਾਂਧੀ ਸਖਤ ਫੈਸਲਾ ਲੈਣ ਦੇ ਮੂਡ 'ਚ ਵੀ ਹੈ ਕਿ ਹੁਣ ਸਾਡੇ ਤੇ ਇਲਜ਼ਾਮ ਨਾ ਆਵੇ ਕਿ ਅਸੀਂ ਬਾਹਰ ਕੱਢਿਆ, ਲੇਕਿਨ ਕੈਪਟਨ ਅਮਰਿੰਦਰ ਸਿੰਘ ਕੋਈ ਇਸ ਤਰ੍ਹਾਂ ਦੀ ਹੋਰ ਅੱਗੇ ਗੱਲ ਵਧਾਉਣ ਤਾਂ ਕਿ ਸਾਡੇ ਲਈ ਆਸਾਨ ਹੋਵੇ ਉਹਨਾਂ ਨੂੰ ਸ਼ੋਕਾਜ਼ ਨੋਟਿਸ ਜਾਰੀ ਕਰਨਾ, ਜਿਹਦਾ ਉਹ ਜਵਾਬ ਨਾ ਦੇਣ ਔਰ ਉਸ ਤੋਂ ਬਾਅਦ ਉਹਨਾਂ ਨੂੰ ਬਾਹਰ ਕਰਤਾ ਜਾਵੇ। ਇੱਕ ਖਬਰ ਬਹੁਤ ਕਨਫਰਮ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਸੀ ਮੈਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਤਗੜਾ ਉਮੀਦਵਾਰ ਖੜਾ ਕਰਾਂਗਾ, ਉਹ ਕੋਈ ਤਗੜਾ ਉਮੀਦਵਾਰ ਹੋਰ ਨਹੀਂ। ਮੈਂ ਸਾਫ਼ ਕਰ ਦਿਆਂ, ਕੈਪਟਨ ਅਮਰਿੰਦਰ ਸਿੰਘ ਬਜਿੱਦ ਨੇ ਕਿ ਮੈਂ ਸਿੱਧੂ ਜਿੱਥੋਂ ਵੀ ਲੜੂਗਾ ਉਹਦੇ ਖਿਲਾਫ ਆਪ ਉਤਰਾਂਗਾ। ਇਹ ਗੱਲ ਮੈਂ ਸਾਫ਼ ਲਫ਼ਜ਼ਾਂ 'ਚ ਦੱਸ ਦਿਆਂ। ਕੈਪਟਨ ਅਮਰਿੰਦਰ ਸਿੰਘ ਜਦੋਂ ਵੀ ਅਸਤੀਫਾ ਦੇ ਕੇ ਆਏ, ਬਹੁਤੀ ਵਾਰੀ ਉਹ ਜਿਹੜੀ ਚੋਣ ਰਣਨੀਤੀ ਉਹਦੇ 'ਚ ਕਾਮਯਾਬ ਰਹੇ। ਜਦੋਂ ਉਹ ਅਰੁਣ ਜੇਟਲੀ ਨੂੰ ਅੰਮ੍ਰਿਤਸਰ ਦੇ ਵਿੱਚੋਂ ਧੂੜ ਚਟਾਉਂਦੇ ਆ ਤਾਂ ਉਹਨਾਂ ਦਾ ਕੌਨਫੀਡੈਂਸ ਅਸਮਾਨ ਛੂਹਣ ਲੱਗਦਾ ਹੈ। ਉਹ ਸਮਝਦੇ ਆ ਕਿ ਮੈਂ ਇਹ ਲੜਾਈਆਂ ਆਸਾਨੀ ਨਾਲ ਲੜ ਸਕਦਾ। ਸੋ ਸਿੱਧੂ ਨੂੰ ਡੂੰਘੇ ਪਾਣੀਆਂ 'ਚ, ਸਿਆਸਤ ਦੇ ਡੂੰਘੇ ਪਾਣੀਆਂ 'ਚ ਖੜਨ ਲਈ ਮੈਨੂੰ ਲੱਗਦਾ ਕੈਪਟਨ ਆਪਣੀ ਕਮਰ ਕੱਸ ਚੁੱਕੇ ਆ। ਲੇਕਿਨ ਇਹ ਵੀ ਬਹੁਤ ਅਹਿਮ ਸਵਾਲ ਆ ਕਿ ਅਗਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਲੈ ਕੇ, ਕਿਸਾਨਾਂ ਦੇ ਮਾਮਲਿਆਂ ਨੂੰ ਲੈ ਕੇ ਕੁਝ ਹੋਣ ਵਾਲਾ ਹੈ। ਬੀਤੇ ਦਿਨ ਜਿਹੜੀ ਕੋਰ ਕਮੇਟੀ ਹੋਈ ਆ ਭਾਰਤੀ ਜਨਤਾ ਪਾਰਟੀ ਦੀ, ਉਹ ਵੀ ਬੜੀ ਅਹਿਮ ਰਹੀ ਆ। ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਉੱਪਰਲੀ ਜਿਹੜੀ ਪੰਜਾਬ ਦੀ ਇਕਾਈ ਆ, ਕੋਰ ਕਮੇਟੀ ਆ, ਉਹਦੇ ਵਿੱਚ ਬਹੁਤ ਮੱਥਾ ਪੱਚੀ ਹੋਈ ਆ। ਮੰਥਨ ਕੀਤਾ ਗਿਆ ਕਿ ਅਸੀਂ ਹੁਣ ਐਕਟੀਵੇਟ ਕਰੀਏ ਆਪਣੇ ਵਰਕਰ, ਹੁਣ ਚੁੱਪ ਕਰਕੇ ਬੈਠਣ ਦਾ ਸਮਾਂ ਲੰਘ ਗਿਆ। ਪੰਜਾਬ ਦੇ ਵਿੱਚ ਸਿਆਸੀ ਘਟਨਾਕ੍ਰਮ ਨੂੰ ਉਹਨਾਂ ਬਹੁਤ ਖੰਗਾਲਿਆ। ਕੈਪਟਨ ਅਮਰਿੰਦਰ ਸਿੰਘ ਦੀ ਆਮਦ ਨੂੰ ਲੈ ਕੇ ਵੀ ਗੱਲ ਹੋਈ ਆ, ਔਰ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ 22 ਤੋਂ ਪਹਿਲਾਂ ਦੇ ਵਿੱਚ ਜਿੰਨੇ ਹਾਲਾਤ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਰਮਾਇਆ ਸ਼ਾਮਲ ਹੋਣ ਦੀ ਉਮੀਦ ਬਣ ਗਈ ਆ। ਬਹੁਤ ਸਾਰੇ ਪੈਸੇ ਜਿਹੜੇ ਆ ਉਹ ਸ਼ਾਮਲ ਰਹਿਣਗੇ। ਬਹੁਤ ਮਹਿੰਗੀ ਚੋਣ ਕੰਪੇਨ ਇਸ ਵਾਰੀ ਹੋਣ ਵਾਲੀ ਆ। ਬੀਜੇਪੀ ਇਹ ਸਮਝਦੀ ਆ ਕਿ ਅਸੀਂ ਹਾਸ਼ੀਏ ਤੇ ਗਏ ਕਾਂਗਰਸ ਨੇ ਮੁੜ ਕੇ ਗੇਮ ਚ ਲੈਂਦੇ ਆ। ਜੇ ਕੈਪਟਨ ਅਮਰਿੰਦਰ ਸਿੰਘ ਜੱਟ ਸਿੱਖ ਵੋਟ ਔਰ ਭਾਜਪਾ ਦਾ ਆਪਣਾ ਜਿਹੜਾ ਹਿੰਦੂ ਵੋਟ ਆ ਉਹ ਦੋਵੇਂ ਇਕੱਠੇ ਹੋ ਜਾਂਦੇ ਆ ਤਾਂ ਇਹ ਲੜਾਈ ਤਗੜੀ ਹੋ ਸਕਦੀ ਆ। ਕੈਪਟਨ ਅਮਰਿੰਦਰ ਸਿੰਘ ਅਗਲੇ ਦਿਨਾਂ 'ਚ ਚੁੱਪ ਨਹੀਂ ਬਹਿਣ ਲੱਗੇ, ਲੇਕਿਨ ਸਰਕਾਰ 3 ਮਹੀਨਿਆਂ ਦੇ ਵਿੱਚ ਕਿਹੜੇ ਫੈਸਲੇ ਕਰਦੀ ਆ, ਕਿੰਨੇ ਸਖਤ ਫੈਸਲੇ ਕਰਦੀ ਆ, ਆਪਣਾ ਚਿਹਰਾ ਕਿਹੋ ਜਿਹਾ ਦਿਖਾਉਂਦੀ, ਇਹ ਬਹੁਤ ਅਹਿਮ ਸਵਾਲ ਆ। ਸਮਾਨਾਂਤਰ ਇੱਕ ਲੌਬਿੰਗ ਦਿੱਲੀ ਦੇ ਵਿੱਚ ਜਿਹੜੇ ਕੈਪਟਨ ਦੇ ਆਪਣੀ ਉਮਰ ਦੇ ਆਗੂ ਨੇ ਉਹਨਾਂ ਵੱਲੋਂ ਕਿ ਬੇਇੱਜ਼ਤ ਕਰਕੇ ਬਾਹਰ ਦਾ ਰੁਖ ਜਾਂ ਕਿਸੇ ਨੂੰ ਬਾਹਰ ਕੱਢਣਾ ਤਾਂ ਤਰੀਕਾਕਾਰ ਕੀ ਹੋਵੇ, ਇਹਦੇ ਤੇ ਵੀ ਨਵੀਂ ਬਹਿਸ ਛਿੜ ਗਈ ਆ। ਮੈਨੂੰ ਸਾਰੇ ਇਹਨਾਂ ਤੇ ਟਿੱਪਣੀ ਦਿਓ ਬਸ ਜਾਂਦੇ ਦੇਖੋ ਜੀ, ਬਿਲਕੁਲ ਤੁਸੀਂ ਗੱਲ ਠੀਕ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪ ਨਵਜੋਤ ਸਿੰਘ ਦੇ ਖਿਲਾਫ ਇਲੈਕਸ਼ਨ ਲੜਨ ਵਾਸਤੇ ਤਿਆਰ ਖੜੇ ਨੇ। ਹੁਣ ਇਹਦੇ ਵਾਸਤੇ ਉਹਨਾਂ ਨੂੰ ਇੱਕ ਵੱਖਰੀ ਪਾਰਟੀ, ਵੱਖਰਾ ਪਲੇਟਫਾਰਮ ਚਾਹੀਦਾ ਹੋਏਗਾ। ਉਸ ਪਲੇਟਫਾਰਮ ਦਾ ਜ਼ਿਕਰ ਭਾਜਪਾ ਦੀ ਕੋਰ ਕਮੇਟੀ ਦੇ ਵਿੱਚ ਹੁੰਦਾ ਹੈ। ਭਾਜਪਾ ਦੀ ਕੋਰ ਕਮੇਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਜਾਂਦੀ। ਜ਼ਿਆਦਾਤਰ ਇਹ ਗੱਲ ਕੀਤੀ ਜਾਂਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਾਂਗਰਸ ਨੇ ਅੰਦਰੂਨੀ ਸਾਜ਼ਿਸ਼ ਕੀਤੀ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਉਹਨਾਂ ਇੱਥੇ ਤੱਕ ਕਹਿ ਦਿੰਦੇ ਆ ਕਿ ਕੈਪਟਨ ਸਾਹਿਬ ਤੁਸੀਂ ਸਾਡੇ ਕੋਲ ਆਓ ਤੇ ਸਾਡੀ ਪਾਰਟੀ ਦੇ ਵਿੱਚ ਰਹਿ ਕੇ ਇਹਨਾਂ ਐਂਟੀ ਨੈਸ਼ਨਲ ਫੋਰਸਿਸ ਦੇ ਖਿਲਾਫ ਲੜਾਈ ਲੜੋ ਤੇ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ। ਕੋਰ ਕਮੇਟੀ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਲਾਈਨ ਦੇ ਉੱਤੇ ਵੀ ਬੀਜੇਪੀ ਦੀ ਜਿਹੜੀ ਕੋਰ ਕਮੇਟੀ ਸੀ ਉਹਦੇ ਵਿੱਚ ਵੀ ਇਸ ਲਾਈਨ ਤੇ ਗੱਲ ਹੋਈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸਿਸਵਾ ਫਾਰਮ ਦੇ ਵਿੱਚ ਕੀ ਚੱਲ ਰਿਹਾ ਹੈ ਉਹਦੇ ਉੱਤੇ ਕਾਂਗਰਸ ਹਾਈਕਮਾਨ ਦੀ ਨਜ਼ਰ ਹੈ। ਇਹ ਅਸੀਂ ਹੁਣੇ ਕਹਿ ਕੇ ਹਟੇ ਹਾਂ। ਬਿਲਕੁਲ ਉੱਥੇ ਬਹੁਤ ਕੁਝ ਇੱਦਾਂ ਦਾ ਚੱਲ ਰਿਹਾ ਹੈ ਜਿਹਦੇ ਨਾਲ ਪੰਜਾਬ ਦੀ ਹੋਣ ਵਾਲੀ ਚੋਣਾਂ ਦੇ ਵਿੱਚ ਇੱਕ ਵੱਖਰੇ ਸਮੀਕਰਨ ਕਿੱਦਾਂ ਨਿਕਲ ਕੇ ਆ ਸਕਦੇ ਨੇ ਉਹਦੀ ਚਰਚਾਵਾਂ ਜ਼ੋਰਾਂ ਤੇ ਹੈ। ਤਿਆਰੀਆਂ ਪੂਰੀ ਚੱਲ ਰਹੀਆਂ, ਬਲੂ ਪ੍ਰਿੰਟ ਤਿਆਰ ਹੋ ਰਿਹਾ ਹੈ। ਕਿੱਦਾਂ ਭਾਜਪਾ ਦੇ ਵਿੱਚ ਰਹਿ ਕੇ ਜਾਂ ਭਾਜਪਾ ਤੋਂ ਬਾਹਰ ਰਹਿ ਕੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਸਪੋਰਟ ਨਾਲ ਕਾਂਗਰਸ ਦੇ ਵਿੱਚ ਨਵੀਂ ਉਭਰੀ ਹੋਈ ਲੀਡਰਸ਼ਿਪ ਨੂੰ ਹਰਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ। ਇਹਦੇ ਉੱਤੇ ਜਿਹੜੇ ਐਡਵਾਈਜ਼ਰ ਕੱਲ ਵਿਹਲੇ ਕੀਤੇ ਨੇ, ਹੁਣ ਉਹ ਐਡਵਾਈਜ਼ਰ ਉੱਥੇ ਐਡਵਾਈਜ਼ਰ ਦਿੰਦੇ ਫਿਰ ਰਹੇ ਨੇ। ਔਰ ਇਸ ਦੌਰਾਨ ਹੀ ਸਿੱਧੂ ਦੇ ਇੱਕ ਹੋਰ ਐਡਵਾਈਜ਼ਰ ਦਾ ਅਸਤੀਫਾ ਦੇਣਾ
ਇਹ ਵੀ ਇੱਕ ਬੜੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਡਾਕਟਰ ਪਿਆਰੇ ਲਾਲ ਗਰਗ ਕੱਲ ਅਸਤੀਫਾ ਦੇ ਗਏ ਨੇ। ਹਾਲਾਂਕਿ ਉਹਨਾਂ ਨੇ ਇਹ ਤੇ ਗੱਲ ਕੀਤੀ ਕਿ ਮੇਰੀ ਕੋਈ ਨਿਯੁਕਤੀ ਨਹੀਂ ਹੋਈ ਸੀ, ਸਿਰਫ ਅਨਾਉਂਸਮੈਂਟ ਹੋਈ ਸੀ, ਨਾ ਕੋਈ ਮੈਂ ਤਨਖਾਹ ਨਾ ਕੋਈ ਪੈਸੇ ਲੈਂਦਾ ਸੀਗਾ ਨਵਜੋਤ ਸਿੱਧੂ ਜਾਂ PPCC ਤੋਂ। ਪਰ ਉਹਨਾਂ ਦਾ ਅਸਤੀਫਾ ਦੇਣਾ ਉਹ ਸਿੱਧੂ ਉਹਨਾਂ ਦੇ ਵਾਸਤੇ ਇੱਕ ਤਰੀਕੇ ਨਾਲ ਉਹਨਾਂ ਦੇ ਨਾਲ 2 ਸਲਾਹਕਾਰਾਂ ਦਾ ਅਸਤੀਫਾ ਦੇਣਾ ਇਹ ਰਾਜਨੀਤੀ ਦੇ ਵਿੱਚ ਤੁਹਾਡਾ ਇੱਕ ਪਰਸੈਪਸ਼ਨ ਤਿਆਰ ਕਰਦੀ ਹੈ, ਕਿਉਂਕਿ ਸਿੱਧੂ ਉਹਨਾਂ ਦੇ ਬਾਰੇ 'ਚ ਇਹ ਗੱਲ ਕਹੀ ਜਾਂਦੀ ਹੈ ਕਿ ਨਾ ਉਹ ਐਡਵਾਈਸ ਲੈਂਦੇ ਨੇ ਨਾ ਉਹ ਦਿੰਦੇ ਨੇ, ਔਰ ਉਹਨਾਂ ਦੇ ਨਾਲ ਇੱਦਾਂ ਐਡਵਾਈਜ਼ਰ ਲਾਦੇ ਨੇ, ਔਰ ਉਹ ਐਡਵਾਈਜ਼ਰ ਆਪਣੇ ਆਪ ਨੂੰ ਬੇਰੁਜ਼ਗਾਰ ਜਿਹਾ ਮਹਿਸੂਸ ਕਰਦੇ ਹੋਣੇ, ਕਿਉਂਕਿ ਸਿੱਧੂ ਸਾਹਿਬ ਐਡਵਾਈਸ ਲੈਂਦੇ ਹੀ ਨਹੀਂ ਕਿਸੇ ਦੀ। ਨਹੀਂ ਉਹ ਐਡਵਾਈਜ਼ਰ ਉਹਨਾਂ ਆਪ ਹੀ ਲਾਏ ਸੀ। ਮੈਨੂੰ ਲੱਗਦਾ ਉਦੋਂ ਸਿੱਧੂ ਸਾਹਿਬ ਕਾਲੀ ਦੇ ਵਿੱਚ ਸੀਗੇ, ਜਿਨ੍ਹਾਂ ਲੋਕਾਂ ਦਾ ਉਹਨਾਂ ਤੇ ਅਸਰ ਸੀ, ਜਿਹੜੇ ਇੱਕ ਇਹ ਵੀ ਗੱਲ ਬੜੀ ਵੈਸੇ ਤਾਂ ਸਿਆਸਤਦਾਨ ਸਾਰੇ ਕਹਿੰਦੇ ਕੰਨਾਂ ਦੇ ਕੱਚੇ ਹੁੰਦੇ ਆ, ਪਰ ਸਿੱਧੂ ਸਾਹਿਬ ਬਾਰੇ ਇਹ ਗੱਲ ਉੱਭਰ ਕੇ ਆ ਰਹੀ ਹੈ ਕਿ ਜਿਹੜੇ ਲੋਕ ਉਹਨਾਂ ਦੀ ਐਡਵੋਕੇਸੀ ਕਰਦੇ ਆ, ਜਿਹੜੇ ਉਹਨਾਂ ਦੀ ਸਿਫਤ ਕਰਦੇ ਆ, ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਪੈਂਪਰਿੰਗ ਕਰਦੇ ਆ, ਸਿੱਧੂ ਸਾਹਿਬ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ। ਆਪਣੀ ਆਲੋਚਨਾ ਕਰਨ ਵਾਲੇ ਲੋਕਾਂ ਤੋਂ ਉਹ ਦੂਰੀ ਬਣਾ ਕੇ ਰੱਖਦੇ ਆ। ਹਾਲਾਂਕਿ ਮੈਂ ਇੱਕ ਗੱਲ ਸਾਫ਼ ਕਰਦਿਆਂ, ਮੇਰੇ ਔਰ ਭਾਸਕਰ ਸਾਹਿਬ ਨਾਲ ਦੋਨਾਂ ਨਾਲ ਸਿੱਧੂ ਸਾਹਿਬ ਦੇ ਸੰਬੰਧ ਬੜੇ ਅੱਛੇ ਆ। ਉਹਨਾਂ ਨਾਲ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ, ਇੱਕ ਅੱਧ ਵਿਅਕਤੀ ਨੂੰ ਛੱਡ ਕੇ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕਾਂ ਨਾਲ ਮੀਡੀਆ ਦੇ ਸੰਬੰਧ ਬਿਹਤਰ ਹੀ ਰਹਿੰਦੇ ਆ। ਲੇਕਿਨ ਸਿੱਧੂ ਸਾਹਿਬ ਦੀ ਚੋਣ ਜਿਹੜੀ ਉਹਨਾਂ ਦੀ ਕੋਰ ਟੀਮ ਹੁੰਦੀ ਆ, ਉਹਦੇ ਵਿੱਚ ਉਹਨਾਂ ਦੀ ਗੱਲ ਕਰਨ ਵਾਲੇ ਉਹਨਾਂ ਵਰਗੇ ਲੋਕ ਜਾਂ ਉੱਦਾਂ ਸੋਚਣ ਵਾਲੇ ਲੋਕਾਂ ਦੀ, ਲੇਕਿਨ ਇਹ ਬੜੀ ਵੱਡੀ ਗੱਲ ਆ ਕਿ ਉਹਨਾਂ ਨੇ ਲਾਏ ਆਪਣੀ ਸੋਚ ਵਾਲੇ ਲੋਕ ਜਿਨ੍ਹਾਂ ਤੋਂ ਪ੍ਰਭਾਵਿਤ ਸੀਗੇ, ਉਹ ਉਹਨਾਂ ਨੂੰ ਕਿਉਂ ਛੱਡ ਰਹੇ ਆ? ਇਹ ਸਵਾਲ ਵੱਡਾ ਹੈ। ਬਿਲਕੁਲ ਸਵਾਲ ਵੱਡਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਬਾਰੇ ਜਾਂ ਉਹਨਾਂ ਦਾ ਜਿਹੜਾ ਕੋਰ ਸਰਕਲ ਹੈ, ਉਹਦੇ ਵਿੱਚ ਤੁਸੀਂ ਕਿਸੇ ਨਾਲ ਵੀ ਗੱਲ ਕਰ ਲਓ ਤੇ ਉੱਥੇ ਗੱਲ ਇਹ ਆਉਂਦੀ ਹੈ ਵੀ ਸਿੱਧੂ ਉਹਨਾਂ ਨੂੰ ਸਮਝਾਉਣਾ ਬੜਾ ਔਖਾ ਹੈ, ਕਿਉਂਕਿ ਪਿਛਲੇ ਮੁੱਖ ਮੰਤਰੀ ਬਣਨ ਤੋਂ ਬਾਅਦ, ਚੰਨੀ ਉਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ, ਜਿਸ ਤਰੀਕੇ ਨਾਲ ਦਰਬਾਰ ਸਾਹਿਬ ਦੇ ਬਾਅਦ ਜਦੋਂ ਮੀਡੀਆ ਨਾਲ ਗੱਲ ਕਰ ਰਹੇ ਸੀ, ਜਿੱਦਾਂ ਛੋਟੇ ਵੀਰ, ਚੰਨੀ ਬਾਈ, ਮੋਢੇ ਤੇ ਹੱਥ ਰੱਖ ਕੇ ਫੋਟੋ ਖਿਚਾਉਣਾ, ਇਹ ਅਖਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਤੇ ਬਾਅਦ ਚੋਂ ਬਣਿਆ, ਬਲਕਿ ਸਾਡੇ ਵਰਗੇ ਪਲੇਟਫਾਰਮ ਦੇ ਉੱਤੇ ਅਸੀਂ ਇਸ ਗੱਲ ਨੂੰ ਪੁਰਜੋਰ ਤਰੀਕੇ ਨਾਲ ਉਠਾਇਆ ਸੀਗਾ ਕਿ ਹੁਣ ਚੰਨੀ ਹੋਣਾ ਚੰਨੀ ਸਾਹਿਬ ਹੋ ਗਏ ਨੇ, ਸਰਦਾਰ ਚਰਨਜੀਤ ਸਿੰਘ ਚੰਨੀ ਹੋ ਗਏ ਨੇ, CM ਸਾਹਿਬ ਹੋ ਗਏ ਨੇ, ਉਹ ਛੋਟੇ ਵੀਰ, ਚੰਨੀ ਬਾਈ, ਉਹ ਗਿਆਨੀ, ਉਹ ਚੀਜ਼ਾਂ ਹੁਣ ਚੰਗੀ ਨਹੀਂ ਲੱਗਦੀ। ਔਰ ਇਸ ਗੱਲ ਨੂੰ ਸਿੱਧੂ ਉਹਨਾਂ ਨੂੰ ਦੱਸਣ ਵਾਸਤੇ ਭਾਵੇਂ ਐਡਵਾਈਜ਼ਰ ਉਹਨਾਂ ਨੇ 4 ਲਾ ਦਿੱਤੇ ਹੋਣ, ਪਰ ਕਿਸੇ ਵੀ ਐਡਵਾਈਜ਼ਰ ਦੇ ਵਿੱਚ ਇੰਨੀ ਹਿੰਮਤ ਨਹੀਂ ਹੈਗੀ ਕਿ ਸਿੱਧੂ ਉਹਨਾਂ ਨੂੰ ਇਹਨਾਂ ਛੋਟੀ ਗਲਤੀਆਂ ਦੇ ਬਾਰੇ 'ਚ ਦੱਸ ਸਕੇ, ਕਿਉਂਕਿ ਜਿੰਨੇ ਵੀ ਸਿੱਧੂ ਉਹਨਾਂ ਦੇ ਕਲੋਜ਼ ਸਰਕਲ ਦੇ ਵਿੱਚ ਵਿਅਕਤੀ ਹੈਗੇ ਨੇ, ਉਹ ਇਸ ਗੱਲ ਨੂੰ ਮੰਨਦੇ ਨੇ ਕਿ ਬੜਾ ਔਖਾ ਹੈ ਸਿੱਧੂ ਭਾਜੀ ਨੂੰ ਸਮਝਾਉਣਾ, ਪਰ ਸਮਝਾਈਏ ਤੇ ਉਹ ਇੱਕੋ ਗੱਲ ਕਹਿੰਦੇ ਨੇ, ਮੈਨੂੰ ਸਭ ਪਤਾ ਹੈ। ਜਦ ਉਹਨਾਂ ਨੂੰ ਸਭ ਪਤਾ ਹੀ ਹੈ ਤੇ ਫਿਰ ਉਹਨਾਂ ਨੂੰ ਕੌਣ ਕੀ ਸਲਾਹਕਾਰ ਦੇ ਸਕਦਾ ਹੈ? ਇਹ ਇੱਕ ਮਜਬੂਰੀ ਡਾਕਟਰ ਪਿਆਰੇ ਲਾਲ ਗਰਗ ਦੇ ਵਿੱਚ ਵੀ ਇਹ ਮਹਿਸੂਸ ਕੀਤੀ ਗਈ। ਮੱਲੀ ਉਹਨਾਂ ਨੇ ਵੀ ਸ਼ਾਇਦ ਇਸ ਕਰਕੇ ਰਿਜ਼ਾਈਨ ਦਿੱਤਾ ਸੀਗਾ। ਹਾਂ, ਮੁਹੰਮਦ ਮੁਸਤਫਾ ਉਹਨਾਂ ਨੇ ਜਿਹੜੇ ਚੀਫ ਸਟ੍ਰੈਟੇਜਿਕ ਐਡਵਾਈਜ਼ਰ ਹੈਗੇ, ਉਹਨਾਂ ਨੇ ਜਿਹੜਾ ਸਿੱਧੂ ਨੂੰ ਜਦ ਐਂਟੀ ਨੈਸ਼ਨਲ ਕਿਹਾ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੁਆਰਾ, ਇੱਕ ਪੁਰਜੋਰ ਜਵਾਬ ਦਿੱਤਾ ਸੀ। ਉਹ ਉਹਨਾਂ ਨੇ ਆਪਣਾ ਇੱਕ ਤਰੀਕੇ ਨਾਲ ਕਹਿੰਦੇ ਨੇ, ਉਹਨਾਂ ਨੇ ਆਪਣੇ ਪੈਸੇ ਪੂਰੇ ਕਰਤੇ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇ ਇੱਕ ਵਾਰ ਵੀ ਹੋਰ ਸਿੱਧੂ ਨੂੰ ਐਂਟੀ ਨੈਸ਼ਨਲ ਕਿਹਾ ਤੇ ਫਿਰ ਮੈਂ ਕਿਤਾਬ ਲੈ ਕੇ ਖੋਲ ਕੇ ਬਹਿ ਜਾਊਂਗਾ। ਔਰ ਉਸ ਤੋਂ ਬਾਅਦ ਐਂਟੀ ਨੈਸ਼ਨਲ ਦੀ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੀਤੀ ਹੈ, ਪਰ ਉਹ ਲੋਕਾਂ ਦੇ ਵਿੱਚ ਕੋਈ ਬਹੁਤ ਢੁਕਵੇਂ ਤਰੀਕੇ ਨਾਲ ਨਹੀਂ ਜਾ ਰਹੀ। ਨੈਸ਼ਨਲ ਮੀਡੀਆ ਦੇ ਵਿੱਚ ਇਸ ਗੱਲ ਨੂੰ ਉਛਾਲਣ ਦੀ ਕੋਸ਼ਿਸ਼ ਤੇ ਕੀਤੀ ਹੈ, ਪਰ ਪੰਜਾਬ ਦੇ ਲੋਕ ਜਿੱਥੇ ਰਾਜਨੀਤੀ ਸਿੱਧੂ ਉਹਨਾਂ ਨੇ ਔਰ ਕੈਪਟਨ ਅਮਰਿੰਦਰ ਸਿੰਘ ਨੇ ਕਰਨੀ ਹੈ, ਉਹ ਸਿੱਧੂ ਉਹਨਾਂ ਨੂੰ ਐਂਟੀ ਨੈਸ਼ਨਲ ਨਹੀਂ ਮੰਨਦੇ। ਇਸ ਗੱਲ ਦੇ ਅਸੀਂ ਕਈ ਲੋਕਾਂ ਨਾਲ ਵਿਚਾਰ ਕਰਦੇ, ਕਿਉਂਕਿ ਐਂਟੀ ਨੈਸ਼ਨਲ ਕਿੱਦਾਂ? ਜੇ ਉਹ ਆਪਣੇ ਦੋਸਤ ਇਮਰਾਨ ਖਾਨ ਜਿਹੜੇ ਕ੍ਰਿਕਟ ਟਾਈਮ ਦੇ ਵਿੱਚ ਉਹਨਾਂ ਦੇ ਦੋਸਤ ਸੀਗੇ, ਉਹ ਉਹਨਾਂ ਦੇ ਸੱਦੇ ਤੇ ਉਹਨਾਂ ਦੀ ਸਵੀਰਿੰਗ ਇਨ ਸੈਰਾਮਨੀ ਦੇ ਵਿੱਚ ਜਾਂਦੇ ਨੇ, ਤੇ ਇਹ ਐਂਟੀ ਨੈਸ਼ਨਲ ਐਕਟੀਵਿਟੀ ਕਿੱਦਾਂ ਹੋਗੀ? ਫਿਰ ਉੱਥੇ ਜਨਰਲ ਬਾਜਵਾ ਦੇ ਨਾਲ ਉਹ ਕਾਨੀ 'ਚ ਗੱਲ ਕਰਦੇ ਨੇ, ਜੱਫੀ ਪਾਉਂਦੇ ਨੇ, ਉਹ ਇਸ ਕਰਕੇ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਉਹ ਗੱਲ ਕਰਦੇ ਨੇ। ਕੋਈ ਵੀ ਸੱਚਾ ਸੁੱਚਾ ਸਿੱਖ ਜਦ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਗੱਲ ਭਾਵੇਂ ਦੁਸ਼ਮਣ ਹੀ ਕਰਦਾ ਹੋਏ, ਉਹਨੂੰ ਗਲੇ ਜ਼ਰੂਰ ਲਗਾਏਗਾ। ਉਸ ਤੋਂ ਇਲਾਵਾ ਬਾਰਡਰ ਖੋਲ੍ਹਣ ਦੀ ਗੱਲ ਉਹਨਾਂ ਨੇ ਬਿਜ਼ਨਸ ਵਾਸਤੇ ਕੀਤੀ ਸੀ, ਜਿਹਦਾ ਜ਼ਿਕਰ ਕੱਲ ਨਵਜੋਤ ਕੌਰ ਸਿੱਧੂ ਉਹਨਾਂ ਨੇ ਵੀ ਕੀਤਾ ਹੈ। ਉਹ ਗੱਲ ਬਿਲਕੁਲ ਪੁਰਜੋਰ ਤਰੀਕੇ ਨਾਲ ਉਸ ਤਰੀਕੇ ਨਾਲ ਹੀ ਲੋਕਾਂ ਦੇ ਵਿੱਚ ਗਈ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇਹ ਗੱਲ ਕਹਿਣ ਤੋਂ ਪਹਿਲੇ ਸੋਚਣਾ ਚਾਹੀਦਾ ਹੈ ਕਿ ਸਿੱਧੂ ਡੇਂਜਰਸ ਮੈਨ ਹੈ, ਕਿਉਂਕਿ ਗੱਲ ਖੁੱਲੇਗੀ ਤੇ ਬਹੁਤ ਦੂਰ ਤੱਕ ਜਾਏਗੀ। ਔਰ ਫਿਰ ਉਹ ਪਾਕਿਸਤਾਨੀ ਮਹਿਲਾ ਦਾ ਜ਼ਿਕਰ ਅੱਜ ਸਿਰਫ ਮੁਹੰਮਦ ਮੁਸਤਫਾ ਨੇ ਕੀਤਾ ਸੀਗਾ। ਇਹ ਪੰਜਾਬ ਦੇ ਲੋਕ ਆਪੋਜੀਸ਼ਨ ਪਾਰਟੀਆਂ, ਕਿਉਂਕਿ ਐਲੀਗੇਸ਼ਨ ਤੁਹਾਡੇ ਤੇ ਉਹੀ ਸੀਗਾ ਵੀ ਤੁਸੀਂ ਫਰੈਂਡਲੀ ਮੈਚ ਖੇਡਦੇ ਹੋ, ਸ਼ਾਇਦ ਇਸ ਕਰਕੇ ਪਾਕਿਸਤਾਨੀ ਮਹਿਲਾ ਦਾ ਇਸ਼ੂ ਅਕਾਲੀ ਦਲ ਨੇ ਜਾਂ ਆਮ ਆਦਮੀ ਪਾਰਟੀ ਨੇ ਨਾ ਚੱਕਿਆ ਹੋਏ।
ਜੇ ਤੁਹਾਡੀ ਆਪਣੀ ਪਾਰਟੀ ਦੇ ਵਿੱਚ ਹੀ ਇਹ ਸਵਾਲ ਚੱਕੇ ਜਾਣ ਲੱਗਣਗੇ ਤੇ ਤੁਹਾਨੂੰ ਜਵਾਬ ਦੇਣੇ ਔਖੇ ਲੱਗ ਜਾਣਗੇ। ਔਰ ਕੌਣ ਐਂਟੀ ਨੈਸ਼ਨਲ ਹੈ, ਕੌਣ ਜਿਹੜਾ ਦੇਸ਼ ਭਗਤ ਹੈ, ਉਸ ਗੱਲ ਦਾ ਵੀ ਸਿਆਸੀ ਸਟੇਜਾਂ ਤੋਂ ਫੈਸਲਾ ਹੋਣਾ ਸ਼ੁਰੂ ਹੋ ਜਾਏਗਾ, ਜੋ ਕਿ ਕੈਪਟਨ ਸਾਹਿਬ ਦੇ ਉੱਤੇ ਭਾਰੀ ਪੈ ਸਕਦਾ ਹੈ। ਤੇ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਇਹ ਰੰਗਤ, ਰਾਜਨੀਤਿਕ ਰੰਗਤ ਪੰਜਾਬ ਦੇ ਵਿੱਚ ਹੋਰ ਕਈ ਰੰਗਤ ਵਿਖਾਊਗੀ, ਜਿਹਦੇ ਵਿੱਚ ਪਹਿਲੇ ਕਦੀ ਦੋਸਤ ਹੁੰਦੇ ਸੀ ਉਹ ਦੁਸ਼ਮਣ ਨਜ਼ਰ ਆਉਣਗੇ, ਜਿਹੜੇ ਦੁਸ਼ਮਣ ਹੁੰਦੇ ਸੀ ਉਹ ਦੋਸਤ ਨਜ਼ਰ ਆਉਣਗੇ, ਤੇ ਸਟੇਜਾਂ ਵੱਖਰੀ ਵੱਖਰੀ ਟੇਬਲ ਦੀ ਜਿੱਦਾਂ ਮਿਊਜ਼ੀਕਲ ਚੇਅਰ ਹੁੰਦਾ ਹੈ, ਉੱਦਾਂ ਦੀ ਰਾਜਨੀਤੀ ਪੰਜਾਬ ਦੇ ਵਿੱਚ ਹੁਣ ਹੋਣ ਵਾਲੀ। ਬਿਲਕੁਲ ਠੀਕ ਹੈ, ਕਿਉਂਕਿ ਮੰਚ ਸੱਜ ਕੇ 2-3 ਮਹੀਨੇ ਪੂਰਾ ਰਾਮ ਰੌਲਾ ਰਹੂਗਾ। ਮੇਰਾ ਖਿਆਲ ਨਵੰਬਰ ਔਨਵਰਡ ਸ਼ੁਰੂ ਹੋ ਜਾਣਾ ਤੇ ਹਰ ਦਿਨ ਹੀ ਕਿਤੇ ਨਾ ਕਿਤੇ ਈਵੈਂਟ ਹੋਊਗਾ। ਲੇਕਿਨ ਜਦੋਂ ਸਲਾਹਕਾਰਾਂ ਦੀ ਗੱਲ ਆਉਂਦੀ ਹੈ ਤਾਂ ਮੈਂ ਉਹ ਇੱਕ ਚੁੱਪ ਜਿਹਾ ਬੰਦਾ, ਜਿਹਦਾ ਮੈਂ ਜ਼ਿਕਰ ਅਕਸਰ ਕਰਦਾ ਹੁੰਦਾ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੇਕਰ ਬੜੇ ਲੰਬੇ ਅਰਸੇ ਤੱਕ ਬੜੀ ਗਹਿ ਗਚਮੀ ਸਿਆਸਤ ਕੀਤੀ ਹੈ ਤੇ ਉਹਨਾਂ ਦੇ ਸਾਥੀ ਬਹੁਤ ਪੁਰਾਣੇ ਤੇ ਟਾਈਮ ਟੈਸਟਡ ਰਹੇ। ਜਦੋਂ ਤੁਸੀਂ ਕਦੇ ਪ੍ਰਕਾਸ਼ ਸਿੰਘ ਬਾਦਲ ਦੇ ਪਿੱਛੇ ਖਲੋਤੇ ਹਰਚਰਨ ਬੈਂਸ ਨੂੰ ਦੇਖੋਗੇ ਤਾਂ ਤੁਹਾਨੂੰ ਸਾਫ਼ ਹੋ ਜਾਊਗਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕੀ, ਕਦੋਂ ਤੇ ਕਿਵੇਂ ਕਹਿਣਾ ਉਹ ਹਰਚਰਨ ਬੈਂਸ ਕੰਨ 'ਚ ਕਹਿੰਦੇ ਹੁੰਦੇ ਸੀ। ਕਦੇ ਪਰਦੇ ਤੇ ਨਹੀਂ ਆਏ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਵਿਵਾਦਾਂ ਤੋਂ ਕਾਫੀ ਹਟਵੇਂ ਰਹੇ। ਭਾਵੇਂ ਜਾਂਦੀ ਵਾਰੀ ਉਮਰ ਦੇ ਇਸ ਪੜਾਅ ਤੇ ਉਹਨਾਂ ਨੂੰ ਕਈ ਵਿਵਾਦ ਘੇਰ ਗਏ। ਸੁਣਿਆ ਕਿ ਆਖਰੀ ਟਰਮ ਦੇ ਵਿੱਚ ਹਰਚਰਨ ਬੈਂਸ ਕਾਫੀ ਦੇਰ ਬਾਅਦ ਉਹਨਾਂ ਦੇ ਨਾਲ ਐਡਜਸਟ ਹੋਏ ਸੀਗੇ, ਲੇਕਿਨ ਹਰਚਰਨ ਬੈਂਸ ਔਰ ਪ੍ਰਕਾਸ਼ ਸਿੰਘ ਬਾਦਲ ਸਲਾਹਕਾਰਾਂ ਦੀ ਜੇਕਰ ਤੁਸੀਂ ਉਦਾਹਰਨ ਦੇਣੀ ਹੋਵੇ ਤਾਂ ਮੇਰੇ ਖਿਆਲ ਕਾਮਯਾਬੀ ਦਾ ਉਸ ਤੋਂ ਅਗਲਾ ਸਿਰਾ ਕੋਈ ਨਹੀਂ ਹੋ ਸਕਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।